ਤੇ ਉਥਾਨਕਾ ਸੰਸਕ੍ਰਿਤ ਦਾ ਪਦ ਹੈ। ਉਥਾਨਿਕਾ ਮਤਲਬ ਕਿਸੇ ਵੀ ਪ੍ਰਸੰਗ ਨੂੰ ਉਠਾਉਣ ਤੋਂ ਪਹਿਲਾਂ ਤੇ ਜਿਹੜੀ ਭੂਮਿਕਾ ਬੰਨ੍ਹੀ ਜਾਏ, ਜਿਹੜੀ ਮੁੱਢ ਵਿੱਚ ਵਿਆਖਿਆ ਕੀਤੀ ਜਾਏ, ਤੇ ਉਥਾਨਕਾ ਸ਼ਬਦ ਦੇ ਭਾਵ ਨੂੰ ਪ੍ਰਗਟ ਕਰਨ ਵਾਸਤੇ ਅਰਥਾਂ 'ਚ ਬੜੀ ਸਹਾਇਤਾ ਦਿੰਦੀ ਹੈ। ਤੇ ਇਸ ਨੂੰ ਉਥਾਨਕਾ ਨੂੰ ਇਹ ਦੂਜੇ ਸ਼ਬਦਾਂ ਦੇ ਵਿੱਚ ਦੀਵਾਚਾ ਵੀ ਕਹਿ ਦਿੰਦੇ। ਇਹ ਤਾਂ ਬੋਲੀ ਦੇ ਫਰਕ ਹੋਇਆ। ਤਮਹੀਦ ਵੀ ਇਸੇ ਨੂੰ ਕਹਿੰਦੇ, ਉਹ ਤਾਂ ਇੱਕ ਭਾਸ਼ਾ ਦਾ ਫਰਕ ਹੈ। ਤੋ ਇਸ ਕਰਕੇ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਜਪਜੀ ਸਾਹਿਬ ਤੋਂ ਲੈ ਕੇ ਰਾਗਮਾਲਾ ਤੱਕ ਬਹੁਤ ਸਾਰੀਆਂ ਬਾਣੀਆਂ ਦੀਆਂ ਉਥਾਨਕਾ, ਸ਼ਬਦਾਂ ਦੀਆਂ ਉਥਾਨਕਾ ਮਿਲਦੀਆਂ ਨੇ। ਤੇ ਸੰਪਰਦਾਵਾਂ ਦੀ ਉਥਾਨਕਾ ਨੂੰ ਅਰਥਾਂ ਦੀ ਸਹਾਇਕ ਮੰਨ ਕੇ ਉਥਾਨਕਾ ਦੇ ਸਹਿਤ ਅਰਥ ਕੀਤੇ ਜਾਂਦੇ। ਤੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਫਿਰ ਉਥਾਨਕਾ ਜਿਹੜੀ ਸੀ ਜਪਜੀ ਸਾਹਿਬ ਦੀ, ਜੋ ਉੱਥੇ ਸੁਣਾਈ ਉਹ ਪ੍ਰਚਲਿਤ ਹੋਈ। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜਾ ਜਪਜੀ ਸਾਹਿਬ ਹੈ ਅਤੇ ਜਪਜੀ ਸਾਹਿਬ ਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਮੁੱਢ ਜਪਜੀ ਸਾਹਿਬ, ਜਪਜੀ ਸਾਹਿਬ ਦਾ ਮੁੱਢ ਮੂਲ ਮੰਤਰ। ਇਸ ਕਰਕੇ ਮੂਲ ਮੰਤਰ ਤੇ ਜਪਜੀ ਸਾਹਿਬ ਦੀ ਵਿਆਖਿਆ ਜਿਹੜੀ ਹੈ ਲਗਭਗ ਸਾਂਝੀ ਜੀ ਹੋ ਜਾਂਦੀ ਹੈ, ਪਰ ਫਿਰ ਵੀ ਮੂਲ ਮੰਤਰ ਦੀ ਵਿਆਖਿਆ ਇੱਕ ਆਪਣਾ ਵੱਖਰਾ ਨਿਵੇਕਲਾ ਥਾਂ ਰੱਖਦੀ ਹੈ। ਜਪਜੀ ਸਾਹਿਬ ਦੀ ਉਥਾਨਕਾ ਥੋੜ੍ਹਾ ਜਿਹਾ ਫੇਰ ਨਿਵੇਕਲਾ ਥਾਂ ਹੋ ਜਾਂਦਾ, ਪਰ ਉਹ ਇਕੱਠੀ ਨਹੀਂ ਸਮਝਣਾ, ਕਿਉਂਕਿ ਜਪਜੀ ਸਾਹਿਬ ਬਾਣੀ ਇੱਕ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਕਿਉਂਕਿ ਇਹ ਉਥਾਨਕਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਸੁਣਾਈ, ਤੇ ਇਸ ਕਰਕੇ ਪੰਥ ਖਾਲਸੇ ਦੀ ਚ ਪ੍ਰਚਲਿਤ ਹੋਈ। ਤੇ ਇਤਿਹਾਸਕ ਹਵਾਲੇ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਦੀ ਉਥਾਨਕਾ ਜਿਹੜੀ ਮੂਲ ਮੰਤਰ ਤੇ ਜਪਜੀ ਸਾਹਿਬ ਦੀ, ਤੇ ਉਹ ਅੱਗੇ ਚੱਲ ਕੇ ਨਿਖਰ ਜਾਏਗੀ ਵੀ ਆਹ ਮੂਲ ਮੰਤਰ ਦੀ ਇਹ ਸਮੁੱਚੇ ਨੂੰ। ਜਦੋਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਬਿਰਾਜਮਾਨ ਸਨ, ਤੇ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਬਾਬਾ ਬੁੱਢਾ ਸਾਹਿਬ ਵਰਗੇ ਸੰਤ ਉਹਨਾਂ ਦੇ ਕੋਲ ਕਰਤਾਰਪੁਰ ਦੇ ਵਿੱਚ ਨਿਵਾਸ ਗੁਰੂ ਸਾਹਿਬ ਨੇ ਰੱਖਿਆ। ਤੇ ਉਸ ਵੇਲੇ ਇੱਕ ਜਮਾਤ ਆਈ ਸੰਤਾਂ ਦੀ, ਬੈਰਾਗੀਆਂ ਦੀ ਜਮਾਤ। ਗੁਰੂ ਸਾਹਿਬ ਦੇ ਕੋਲ ਜਮਾਤਾਂ ਆਉਂਦੀਆਂ ਰਹਿੰਦੀਆਂ ਸੀ। ਕਦੇ ਸੰਨਿਆਸੀਆਂ ਦੀ ਜਮਾਤ ਆ ਗਈ, ਕਦੇ ਬੈਰਾਗੀਆਂ ਦੀ ਆ ਗਈ, ਕਦੇ ਵੈਸ਼ਨਾਂ ਦੀ ਜਮਾਤ ਆ ਗਈ, ਕਦੇ ਸਿੱਧਾਂ ਦੀਆਂ ਜਮਾਤਾਂ ਜਾਂ ਸਿੱਧ ਸਭਾ ਰਸ ਬੈਠੇ ਉਹਨਾਂ ਦੀ, ਇਹ ਆਉਂਦੀਆਂ ਰਹਿੰਦੀਆਂ ਸੀ। ਪਰ ਸਿੱਧ ਤਾਂ ਹਟ ਗਏ ਸੀ, ਕਿਉਂਕਿ ਮਹਾਰਾਜ ਨੇ ਸਮੇਰ ਪਰਬਤ ਜਾਂ ਹੋਰ ਸਾਰੀਆਂ ਇਹ ਵੀ ਜਾਣੇ। ਤਾਂ ਮਹਾਰਾਜ ਕੋਲ ਬੈਰਾਗੀਆਂ ਦੀ ਜਮਾਤ। ਗੁਰੂ ਨਾਨਕ ਸਾਹਿਬ ਜੀ ਬਹੁਤ ਆਪਣੇ ਆਨੰਦ ਵਿੱਚ ਰਹਿੰਦੇ ਸੀ। ਪਿਛਲੀ ਉਮਰ ਦੇ ਵਿੱਚ ਸੰਗਤ ਰੂਪ 'ਚ ਮਿਲਣਾ ਤੇ ਆਪ ਇਕਾਂਤ 'ਚ ਬਹੁਤ ਰਹਿੰਦੇ ਸੀ। ਉਹ ਬੈਰਾਗੀਆਂ ਦਾ ਜਿਹੜਾ ਮਹੰਤ ਸੀ, ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗਿਆ, ਕਹਿੰਦੇ ਗੁਰੂ ਕੇ ਸਿੱਖਾ। ਉਸ ਵੇਲੇ ਗੁਰੂ ਅੰਗਦ ਦੇਵ ਜੀ ਸੇਵਾ 'ਚ ਹਾਜ਼ਰ ਸੀ। ਭਾਈ ਬਾਲਾ ਆਪਣੇ ਘਰ ਚਲਿਆ ਗਿਆ, ਰਾਏ ਪੁੰਜ ਦੀ ਤਲਵੰਡੀ, ਮਰਦਾਨਾ ਸੰਸਾਰ ਤੋਂ ਵਿਦਾ ਹੋ ਗਿਆ। ਭਾਈ ਸਧਾਰਨ ਜੀ ਇਹ ਵੀ ਸੇਵਾ ਦੇ ਵਿੱਚ ਹਾਜ਼ਰ ਸੀ। ਪਰ ਭਾਈ ਲਹਿਣਾ ਜੀ, ਜਿਨ੍ਹਾਂ ਨੇ ਸੇਵਾ ਕਰਕੇ ਗੁਰਤਾ ਗੱਦੀ ਹਾਸਲ ਕੀਤੀ ਹੈ, ਤੇ ਉਹ ਬੈਰਾਗੀ ਜਮਾਤ ਦਾ ਮਹੰਤ ਕਹਿੰਦਾ, ਸਿੱਖਾ ਵੀ ਜਿਹੜਾ ਤੁਹਾਡਾ ਨਵੀਨ ਪੰਥ ਹੈ, ਨਿਰਮਲ ਪੰਥ ਜਿਹਨੂੰ ਤੁਸੀਂ ਗੁਰੂ ਨਾਨਕ ਨੇ ਨਾਂ ਰੱਖਿਆ, ਵੀ ਸਾਰਿਆਂ ਪੰਥਾਂ ਦੇ ਵਿੱਚ ਆਪਣੇ ਆਪਣੇ ਮੂਲ ਮੰਤਰ, ਆਪਣੇ ਆਪਣੇ ਗੁਰਮੰਤਰ, ਵੀ ਆਪਣੇ ਆਪਣੇ ਮਾਲਾ ਮੰਤਰ। ਵੀ ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡਾ ਸਿੱਖਾਂ ਦਾ ਮੂਲ ਮੰਤਰ ਕਿਹੜਾ, ਤੇ ਤੁਹਾਡਾ ਸਿੱਖਾਂ ਦਾ ਗੁਰਮੰਤਰ ਕਿਹੜਾ, ਤੇ ਤੁਹਾਡਾ ਸਿੱਖਾਂ ਦਾ ਮਾਲਾ ਮੰਤਰ ਕਿਹੜਾ। ਤੇ ਉਸ ਵੇਲੇ ਭਾਈ ਲਹਿਣਾ ਜੀ, ਕਿਉਂਕਿ ਗੁਰੂ ਤਾਂ ਬਾਅਦ 'ਚ ਬਣੇ, ਕਹਿੰਦੇ ਵੀ ਮੂਲ ਮੰਤਰ ਤਾਂ ਉਹਨਾਂ ਨੇ ਉਚਾਰਨ ਕਰਕੇ ਸੁਣਾ ਦਿੱਤਾ। ਕਹਿੰਦੇ ਆਹ ਹੀ ਸਾਡਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇਹ ਸੁਣਾ ਦਿੱਤਾ। ਕਹਿੰਦੇ ਵਾਹਿਗੁਰੂ ਇਹ ਸਾਡਾ ਗੁਰਮੰਤਰ ਹੈ। ਕਹਿੰਦੇ ਮਾਲਾ ਮੰਤਰ, ਕਹਿੰਦੇ ਜੀ ਇਹ ਨਾ ਸਾਨੂੰ ਅੱਜ ਤੱਕ ਕਿਸੇ ਸਿੱਖ ਨੇ ਗੁਰੂ ਸਾਹਿਬ ਨੂੰ ਪੁੱਛਿਆ, ਤੇ ਨਾ ਕਦੀ ਮੈਂ ਪੁੱਛਿਆ ਵੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਹੈ, ਇਹ ਮੈਂ ਗੁਰੂ ਸਾਹਿਬ ਤੋਂ ਪੁੱਛ ਕੇ ਤੁਹਾਨੂੰ ਦੱਸ ਦਿਆਂ। ਤੇ ਫਿਰ ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਮਹਾਰਾਜ ਬੈਰਾਗੀਆਂ ਦਾ ਮਹੰਤ ਕਹਿੰਦਾ ਸੀ ਮੂਲ ਮੰਤਰ ਗੁਰਮੰਤਰ ਤਾਂ ਮੈਂ ਦੱਸ ਦਿੱਤਾ, ਪਰ ਮੈਨੂੰ ਮਾਲਾ ਮੰਤਰ ਬਾਰੇ ਨਹੀਂ ਪਤਾ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਭਾਈ ਲਹਿਣਾ ਵੀ ਮਾਲਾ ਮੰਤਰ ਵੀ ਅਸਾਂ ਉਚਾਰਨ ਕੀਤਾ ਵੀ ਜਦੋਂ ਸਮੇਰ ਪਰਬਤ ਦੇ ਸਿੱਧਾਂ ਦੇ ਨਾਲ ਗੋਸ਼ਟ ਹੋਈ ਸੀ। ਕਹਿੰਦੇ ਉਸ ਵੇਲੇ ਅਸੀਂ ਜਪਜੀ ਸਾਹਿਬ ਇਹ ਸੱਚਖੰਡ 'ਚ ਵੀ ਕਈ ਮੰਨਦੇ ਹੈ,
ਕੁਛ ਲੇਖ ਕਹਿੰਦਾ ਆਸ ਵਿੱਚ ਹੀ ਵਿਦਵਾਨਾਂ ਦਾ ਇਹਦੇ 'ਚ ਮਤਭੇਦ ਹੈ। ਕਹਿੰਦੇ ਵੀ ਉਸ ਵੇਲੇ ਉਚਾਰਨ ਕੀਤਾ ਉੱਥੇ ਸਮੇਰ ਪਰਬਤ ਦੇ ਉੱਤੇ ਜਪਜੀ ਸਾਹਿਬ ਸਾਰੇ ਹੀ ਮਾਲਾ ਮੰਤਰ ਹੈ ਇਹ। ਤੋ ਇਸ ਕਰਕੇ ਵੀ ਜਪਜੀ ਸਾਹਿਬ ਦੱਸ ਉਹਨਾਂ ਨੂੰ ਵੀ ਮਾਲਾ ਮੰਤਰ ਹੈ। ਇਹਦਾ ਫਿਰ ਗੁਰਮੁਖ ਪ੍ਰਕਾਸ਼ ਜੋ ਮਹਾਂਪੁਰਖਾਂ ਨੇ ਆਪਣੀ ਕਲਮ ਦੇ ਨਾਲ ਲਿਖਿਆ, ਆਪਣੀ ਰਸਨਾ ਤੋਂ ਉਚਾਰਨ ਕੀਤਾ। ਕਹਿੰਦੇ ਜਪਜੀ ਸਾਹਿਬ ਪੂਰੀ ਕਰਤਾਰਾ ਗੁਰ ਅੰਗਦ ਪ੍ਰਤ ਪ੍ਰਭੂ ਉਚਾਰਾ। ਨੰਬਰ ਵਾਰ ਪੌੜੀ ਬਣਵਾਈ ਪੂਰੇ ਕਿਆ ਕੀਆ ਸਭ ਪੂਰਾ ਹੀ। ਗੁਰ ਅੰਗਦ ਜੀ ਸੇਵਾ ਕਰਹੀ ਗੁਰ ਨਾਨਕ ਆਗਿਆ ਮਨ ਸਿਰਹੀ। ਬੈਰਾਗੀ ਜਮਾਤ ਆਈ ਇੱਕ ਵਾਰੀ ਮਾਲਾ ਮੰਤਰ ਬੂਝਿਓ ਤਿਨ ਭਾਰੀ। ਇਹ ਜਿਹੜੀ ਗੱਲ ਪਿੱਛੇ ਸੁਣ ਕੇ ਹਟਿਓ। ਸ੍ਰੀ ਅੰਗਦ ਗੁਰੂ ਨਾਨਕ ਪੁਛਾਏ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸਤਿਗੁਰ ਜਪ ਸਾਹਿਬ ਮੁਖ ਗਾਏ ਸਿੱਧਨ ਸੰਗ ਚਰਚਾ ਹਮ ਕੀਨੀ ਤਿਵੇਂ ਉਚਾਰਾ ਜਪ ਪ੍ਰਵੀਨੀ। ਉਸ ਵੇਲੇ ਅਸੀਂ ਜਪਜੀ ਸਾਹਿਬ ਉਚਾਰਨ ਕੀਤਾ ਹੈ। ਤੇ ਇਹ ਬਾਣੀ ਜਿਹੜੀ ਹੈ ਮੂਲ ਰੂਪ ਦੇ ਗੁਰੂ ਨਾਨਕ ਸਾਹਿਬ ਨੇ ਸਮੇਰ ਪਰਬਤ ਦੇ ਉੱਤੇ ਸਿੱਧਾਂ ਨਾਲ ਚਰਚਾ ਕਰਦਿਆਂ ਜਿਹੜੀ ਉਚਾਰਨ ਕੀਤੀ। ਇਹਦੀ ਤਰਤੀਬ ਪੌੜੀਆਂ ਨੰਬਰਵਾਰ ਗੁਰੂ ਅੰਗਦ ਦੇਵ ਜੀ ਨੇ ਬਣਾਈਆਂ ਤੇ ਨੰਬਰ ਜਿਹੜਾ ਪੌੜੀਆਂ ਦਾ 38 ਨੰਬਰ ਚੱਲੂਗਾ, ਯਾਨੀ 38 ਪੌੜੀਆਂ ਮਿਲਣਗੀਆਂ। ਸ਼ਬਦ 40 ਮਿਲਣਗੇ ਤੇ ਨੰਬਰਵਾਰ ਪੌੜੀਆਂ 38 ਮਿਲਣਗੀਆਂ। ਸੋਚਿਆ ਸੋਚ ਨਾ ਹੋਵੇ ਇਹਦੇ ਅਖੀਰ ਵਿੱਚ ਏਕਾ ਲੱਗਿਆ ਵਾ ਮਿਲੂਗਾ ਜਿਹੜਾ ਗਣਤ ਵਿਦਿਆ ਦਾ ਏਕ ਹੈ। ਇਦੋਂ ਬਾਅਦ ਨੰਬਰਵਾਰ ਪੌੜੀਆਂ ਜਤ ਭਾਰਾ ਧੀਰ ਸੁਨਿਆਰ ਦੇ ਅਖੀਰ ਵੀ ਜਾਓਗੇ ਤਾਂ ਉੱਤੇ 38 ਜੋੜ ਆ ਜਾਊਗਾ। ਤੇ ਇਸ ਕਰਕੇ 38 ਪੌੜੀਆਂ ਤੇ ਸ਼ਲੋਕ ਹੈ ਜਿਹੜਾ ਉਹ ਇਸ ਗਿਣਤੀ ਤੋਂ ਗੁਰੂ ਸਾਹਿਬ ਨੇ ਬਾਹਰ ਰੱਖਿਆ। ਜਪਜੀ ਸਾਹਿਬ ਦਾ ਹਿੱਸਾ ਇਹਦਾ ਮਤਲਬ ਇਹ ਨਹੀਂ, ਜਪਜੀ ਸਾਹਿਬ ਦੇ ਸੰਪੂਰਨ 40 ਸ਼ਬਦ ਤਾਂ ਹੀ ਬਣਨਗੇ। ਜਿਵੇਂ 40 ਸ਼ੇਰ ਦਾ ਮਨ ਪੂਰਾ ਹੋ ਜਾਂਦਾ ਸੀ ਤੇ 40 ਪੌੜੀਆਂ ਆਨੰਦ ਸਾਹਿਬ ਦੀਆਂ ਮਿਲਣਗੀਆਂ। ਮਹਾਰਾਜ ਨੇ ਇਹ ਪੂਰੇ ਦੀ ਗੱਲ ਪੂਰੇ 40 ਸ਼ਬਦਾਂ ਦੇ ਵਿੱਚ ਕੀਤੀ ਹੈ। ਮੂਰੇ ਮੂਲ ਮੰਤਰ ਸ਼ੁਰੂ ਦੇ ਵਿੱਚ ਤੇ ਉਹ ਵੀ ਗਿਣਤੀ ਤੋਂ ਬਾਹਰ ਰੱਖਿਆ। 38 ਜਿਹੜੀ ਅੰਕਨ ਉਹਨਾਂ ਦੀ ਗਿਣਤੀ ਤੋਂ ਬਾਹਰ ਨਾਨਕ ਹੋਸੀ ਵੀ ਸੱਚ ਤੱਕ। ਤੇ ਪਿਛਲਾ ਜਿਹੜਾ ਸ਼ਬਦ ਹੈ ਪਵਨ ਗੁਰੂ ਪਾਣੀ ਪੀਤਾ ਇਹ ਵੀ ਗਿਣਤੀ ਤੋਂ ਬਾਹਰ। ਇਹ 40 ਪੌੜੀਆਂ ਦਾ ਸੰਪੂਰਨ ਜਪਜੀ ਸਾਹਿਬ ਜਿਹੜਾ ਨਾ ਤੇ ਉਹ ਫਿਰ ਵਿਦਵਾਨਾਂ ਨੇ ਇਹਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਵਿਚਾਰਾਂ ਵੀ ਦਿੱਤੀਆਂ ਨੇ। ਤੇ ਉਹ ਡਾਕਟਰ ਮੋਹਨ ਸਿੰਘ ਹੈ, ਉਹਦੀ ਕੋਈ ਲਿਖੀ ਹੋਈ ਪੁਸਤਕ ਹੈ ਤੇ ਉਹਦੇ ਵਿੱਚ ਵੀ ਇਹ ਹਵਾਲਾ ਦਿੱਤਾ ਗਿਆ ਹੈ। ਤੇ ਇਹ ਹੱਥ ਲਿਖਤ ਖਰੜਾ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਨੇ ਹਵਾਲਾ ਦਿੱਤਾ ਇਸ ਦਾ। ਤੇ ਉਹਦੇ 'ਚ ਲਿਖਿਆ ਵੀ ਉਹ ਪੱਛਮੀ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਪਿਆ ਇਹ। ਉਹਦੇ 'ਚ ਬੋਲ ਲਿਖੇ ਹੋਏ ਨੇ। ਕੀ ਲਿਖਿਆ? ਪਾਰ ਬ੍ਰਹਮ ਕਾ ਹੁਕਮ ਹੈ ਕਿ ਸਿਫਤ ਮੇਰੀ ਕਰਨੀ। ਗੁਰੂ ਨਾਨਕ ਦੇਵ ਜੀ ਨੇ ਆਪਣਾ ਖਜ਼ਾਨਾ ਅੰਗਦ ਸਿੱਖ ਦੇ ਹਵਾਲੇ ਕੀਤਾ। ਤੋ ਇਸ ਕਰਕੇ ਫਿਰ ਕਹਿਓਸ ਪੁਰਖਾ ਹੁਣ ਤੂੰ ਜਪ ਰਚ। ਮਤਲਬ ਕੀ ਹੈ ਵੀ ਇਹ ਲਿਖਤ ਦੇ ਵਿੱਚ ਲੈ ਜਿਹੜਾ ਅਸਾਂ ਉਚਾਰਨ ਕੀਤਾ। ਤਬ ਗੁਰੂ ਬਾਬੇ ਕੇ ਹਜ਼ੂਰ ਗੁਰੂ ਅੰਗਦ ਬਾਬੇ ਦੀ ਬਾਣੀ ਦਾ ਜੋੜ ਬੰਧਿਆ ਜਪ ਕਾ 38 ਪੌੜੀਆਂ। ਇਹਦਾ ਹਵਾਲਾ ਮਿਲੇ। ਸੋ ਇਉਂ ਜਪਜੀ ਸਾਹਿਬ ਜਿਹੜਾ ਨਾ ਤੇ ਉਹ ਸਤਿਗੁਰੂ ਮਹਾਰਾਜ ਸਾਹਿਬ ਨੇ ਸਮੇਰ ਪਰਬਤ ਦੇ ਉੱਤੇ ਇਹ ਜਪਜੀ ਸਾਹਿਬ ਦੀ ਉਥਾਨਕਾ ਇਹਦੇ ਨਾਲ ਹੀ ਮੂਲ ਮੰਤਰ ਦੀ ਉਥਾਨਕਾ ਇਹਦੇ ਵਿੱਚ ਸਮਝਣੀ, ਇਹਦੇ ਅੰਤਰਭੂਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਪ ਜੀ ਸੁਲਤਾਨਪੁਰ ਰਹੇ ਹੈ ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਦੀ ਉਮਰ ਲਗਭਗ 28 ਵਰ੍ਹਿਆਂ ਦੀ ਉਮਰ ਮਹਾਰਾਜ ਸਾਹਿਬ ਦੀ ਹੋ ਗਈ ਸੀ ਲਗਭਗ। ਤੇ ਉੱਥੇ ਮਹਾਰਾਜ ਸਾਹਿਬ ਦੀ 14 ਸਾਲ 9 ਮਹੀਨੇ 13 ਦਿਨ ਲਗਾਤਾਰ ਇੰਨਾ ਲੰਮਾ ਸਮਾਂ ਮਹਾਰਾਜ ਸਾਹਿਬ ਸੁਲਤਾਨਪੁਰ ਰਹੇ। ਭੈਣ ਨਾਨਕੀ ਆਪਣੇ ਪਿਤਾ ਦੇ ਕ੍ਰੋਧੀ ਸੁਭਾਅ ਨੂੰ ਜਾਣਦੀ ਸੀ ਵੀ ਬਚਪਨ ਦੇ ਵਿੱਚ ਮੇਰੇ ਵੀਰ ਦਾ ਇਹ ਅਰਸ਼ੀ ਵੀਰ ਹੈ, ਮੇਰਾ ਨਿਰੰਕਾਰ ਹੈ। ਪਿਤਾ ਜੀ ਨੂੰ ਸ਼ਰਧਾ ਨਹੀਂ ਚਪੇੜਾਂ ਮਾਰ ਦਿੱਤੇ ਸੀ, ਕਲੇਸ਼ ਰੱਖਦਾ ਹੈ। ਤੇ ਇਸ ਕਰਕੇ ਉਹ ਭੈਣ ਨਾਨਕੀ ਦੇ ਕੋਲੇ ਆ ਕੇ ਰਹੇ। ਤੇ ਉੱਥੇ ਦਾ ਫਿਰ ਇਹ ਵਿਚਾਰ ਹੁੰਦਾ ਹੈ ਕਿ ਮਹਾਰਾਜ ਸਾਹਿਬ ਨੇ ਜਿਵੇਂ 13 ਤੋਲਣ ਦੇ ਤੇ ਇਹ ਕੌਤਕ ਕੀਤੇ। ਕਾਜ਼ੀ ਨੂੰ ਉਪਦੇਸ਼ ਦਿੱਤਾ ਮਸੀਤ ਵਿੱਚ ਤੇ ਨਵਾਬ ਦੌਲ ਖਾਨ ਦੇ ਕੋਲ ਬਾਰ-ਬਾਰ ਗਿਣਨ ਤੋਂ ਵਾਧਾ ਹੀ ਨਿਕਲਦਾ ਰਿਹਾ। 760 ਰੁਪਏ ਦੀ ਗੱਲ 2-3 ਵਾਰੀ ਇਹ ਗਿਣਤੀਆਂ ਮਿਣਤੀਆਂ ਹੋਈਆਂ। ਇਤਿਹਾਸ ਹੈ ਸਾਰਾ। ਤੇ ਇੱਕ ਦਿਨ ਦੀ ਵਾਰਤਾ ਹੈ ਕਿ ਮਹਾਰਾਜ ਸਾਹਿਬ ਜੀ ਬੇਈ ਨਦੀ 'ਚ ਹਰ ਰੋਜ਼ ਇਸ਼ਨਾਨ ਕਰਦੇ ਸੀ
ਇੱਕ ਸਿੱਖ ਭਗੀਰਥ ਬਹੁਤ ਨੇੜੇ ਰਿਹਾ, ਇਹ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਸਿੱਖ? ਭਾਵੇਂ ਹੋਰ ਵੀ ਹੋ ਸਕਦਾ, ਪਰ ਉਸ ਵੇਲੇ ਭਗੀਰਥ ਦੀ ਗੱਲ ਆਉਂਦੀ ਹੈ। ਭਾਈ ਭਗੀਰਥ ਅੰਮ੍ਰਿਤ ਵੇਲੇ ਮਹਾਰਾਜ ਸਵਾ ਪਹਿਰ ਰਾਤ ਰਹਿੰਦੀ ਜਾਂ ਪਹਿਰ ਰਾਤ ਰਹਿੰਦੀ, ਇਹ ਮਹਾਰਾਜ ਨੇ ਮਰਜ਼ਾਦਾ ਬੰਨੀ ਸਿੱਖਾਂ ਵਾਸਤੇ। ਆਪ ਇਸ਼ਨਾਨ ਕਰਕੇ ਬੇਈ ਨਦੀ ਦੇ ਵਿੱਚ ਫਿਰ ਸੱਚੇ ਪਾਤਸ਼ਾਹ ਧਿਆਨ ਪ੍ਰੈਣ ਹੋ ਜਾਂਦੇ। ਹੁਣ ਉਹਨਾਂ ਨੇ ਬੇਰੀ ਦੀ ਦਾਤਣ ਕੀਤੀ, ਜਿਸ ਦਿਨ ਦਾ ਜ਼ਿਕਰ ਹੈ। ਬੇਰੀ ਦੀ ਦਾਤਣ ਕਰਕੇ ਮਹਾਰਾਜ ਨੇ, ਆਮ ਕਰਕੇ ਤਾਂ ਇਹ ਅਸੂਲ ਹੈ ਵੀ ਦਾਤਣ ਕਰਨ ਤੋਂ ਬਾਅਦ ਉਹਨੂੰ ਪਾੜ ਕੇ ਦਾਤਣ ਨੂੰ ਸੁੱਟ ਦਿੱਤਾ ਜਾਂਦਾ ਹੈ, ਵੀ ਕੋਈ ਇਹਨੂੰ ਅਣਜਾਣਪਣੇ 'ਚ ਜਾਂ ਕਿਸੇ ਤਰ੍ਹਾਂ ਵੀ ਇਹਦਾ ਵੀ ਉਹਨੂੰ ਕੋਈ ਆਪਣੇ ਮੂੰਹ 'ਚ ਨਾ ਪਾ ਲਵੇ, ਕੋਈ ਇਸੇ ਦਾ ਮੁਰਲਾ ਹਿੱਸਾ ਵੱਢ ਕੇ ਗਾਹਾਂ ਨਾ ਦਾਤਣ ਕਰ ਲਵੇ, ਵੀ ਇਹ ਝੂਠ ਦੀ ਵੀ ਗੱਲ ਸੀ ਇਹਦੇ 'ਚ, ਉਹਨੂੰ ਪਾੜ ਕੇ ਸੁੱਟ ਦੇਣਾ। ਤੇ ਉਸ ਦਿਨ ਮਹਾਰਾਜ ਨੇ ਦਾਤਣ ਨਹੀਂ ਪਾੜੀ, ਗੁਰੂ ਨਾਨਕ ਸਾਹਿਬ ਨੇ। ਦਾਤਣ ਕਰਨ ਤੋਂ ਬਾਅਦ ਦਾਤਣ ਧਰਤੀ 'ਚ ਗੱਡ ਦਿੱਤੀ। ਉਹ ਸਮਾਂ ਪਾ ਕੇ ਦਾਤਣ ਗੱਡੀ ਹੋਈ, ਜਿਹੜੀ ਹਰੀ ਹੋਈ ਤੇ ਹੁਣ ਤੱਕ ਹਰੀ ਹੈ, ਤੇ ਉਹਦੇ ਨਾਂ ਤੇ ਗੁਰਦੁਆਰਾ ਬੇਰ ਸਾਹਿਬ ਹੈ ਸੁਲਤਾਨਪੁਰ ਦੇ ਵਿੱਚ। ਤੇ ਮਹਾਰਾਜ ਸਾਹਿਬ ਜੀ ਬੇਈ ਨਦੀ 'ਚ ਇਸ਼ਨਾਨ ਕੀਤਾ। ਉੱਥੇ ਦੀ ਫਿਰ ਅਗੰਮੀ ਸਾਖੀ ਇੱਕ ਹੈ, ਉਹ ਸਾਡੀ ਜਾਣਕਾਰੀ ਵਾਸਤੇ ਜੋ ਗੁਰੂ ਸਾਹਿਬ ਨੇ ਅੱਗੇ ਆਪਣੀ ਰਸਨਾ ਤੋਂ ਵੀ ਕਿਵੇਂ ਕਿਵੇਂ ਹੋਈ, ਇਤਿਹਾਸ ਦਾ ਪੱਖ ਬਣਿਆ। ਕਹਿੰਦੇ ਉੱਥੇ ਵਰਣ ਦੇਵਤਾ ਗੁਰੂ ਦੇ ਚਰਨੀ ਲੱਗਾ। ਹੁਣ ਵਰਣ ਦੇਵਤਾ ਕੋਈ ਇਹ ਨਹੀਂ ਵੀ ਪਾਣੀ ਜਿਹੜਾ ਹੈ ਨਾ, ਇਹ ਠੀਕ ਹੈ ਵੀ ਪਾਣੀ ਦੇ ਉੱਤੇ ਜਿਹੜਾ ਜਿਉਂਦਾ ਜਾਗਦਾ ਦੇਵਤਾ, ਧਰਤੀ ਦੇ ਉੱਤੇ, ਅੰਨ ਦੇ ਉੱਤੇ, ਅੱਗ ਦੇ ਉੱਤੇ, ਇਹ ਤਾਂ ਦੇਵਤੇ ਮੰਨੇ ਨੇ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ ਲੂਣ। ਫਿਰ ਤਰਕਸ਼ੀਲ ਕਿਉਂ ਇਸ ਤਰ੍ਹਾਂ ਦੀ? ਇਹ ਕਿਸੇ ਦੀ ਗੱਲ ਮੰਨਣ ਯੋਗ ਨਹੀਂ। ਵਰਣ ਦੇਵਤਾ ਜਿਹਦੀ ਸਾਰੀ ਪਾਣੀ ਦੇ ਉੱਤੇ ਜ਼ਿੰਮੇਵਾਰੀ ਨਿਰੰਕਾਰ ਨੇ ਲਾਈ, ਉਹ ਚਰਨੀ ਲੱਗਾ, ਕਹਿਣ ਲੱਗਾ ਕਿ ਗਰੀਬ ਨਵਾਜ਼, ਮੇਰੀ ਬੇਨਤੀ ਹੈ ਵੀ ਮੈਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਵੀ ਤੂੰ ਉੱਥੇ ਨੇੜੇ ਰਹਿ ਰਿਹਾ, ਵੀ ਮੇਰਾ ਸੁਨੇਹਾ ਦਿਓ ਵੀ ਮੇਰੇ ਕੋਲ ਆਉਣ। ਸਿੱਧਾ ਸੁਨੇਹਾ ਆਕਾਸ਼ਬਾਣੀ ਗੁਰੂ ਨਾਨਕ ਸਾਹਿਬ ਨੂੰ ਵੀ ਹੋ ਸਕਦੀ ਸੀ। ਗੁਰੂ ਨਾਨਕ ਸਾਹਿਬ ਖੁਦ ਪਰਮੇਸ਼ਰ ਦਾ ਰੂਪ, ਆਪ ਵੀ ਸਿੱਧੇ ਜਾ ਸਕਦੇ। ਇਹ ਸਾਡੇ ਲਈ ਸਾਖੀ ਬਣਾਈ ਮਹਾਰਾਜ ਨੇ ਵੀ ਕਿਵੇਂ ਕਿਵੇਂ ਵਾਰਤਾ ਹੋਈ, ਜਿਵੇਂ ਬੱਚਿਆਂ ਨੂੰ ਬਾਤਾਂ ਪਾਈ ਦੀਆਂ। ਤੇ ਉੱਥੇ ਫਿਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕੋਈ ਨਹੀਂ, ਤੇਰਾ ਸੁਨੇਹਾ ਮਨਜ਼ੂਰ ਹੈ। ਮਹਾਰਾਜ ਸਾਹਿਬ ਜੀ ਬੇਈ ਨਦੀ ਚੋਂ ਗੋਤਾ ਮਾਰ ਕੇ ਫਿਰ ਉਹ ਵਰਣ ਦੇਵਤੇ ਬੇਨਤੀ ਮੰਨ ਕੇ ਸਰੀਰੇ ਲੋਪ ਕਰ ਦਿੱਤਾ ਮਹਾਰਾਜ ਨੇ। ਤੇ ਸਰੀਰ ਲੋਪ ਕਰਕੇ ਮਹਾਰਾਜ ਸਾਹਿਬ ਜੀ ਸੱਚਖੰਡ ਪਹੁੰਚੇ, ਜਿਹੜਾ ਅਗੰਮੀ ਦੇਸ਼ ਹੈ। ਸੱਚਖੰਡ ਬਸਿਆ ਨਿਰੰਕਾਰ, ਤੇ ਉੱਥੇ ਬੈਠ ਕੇ ਕਰ ਕਰ ਵੇਖੇ ਨਦਰ ਨਿਹਾਲ। ਮਹਾਰਾਜ ਸਾਹਿਬ ਉੱਤੇ ਹਾਜ਼ਰ ਹੋਏ ਤੇ ਗਰੀਬ ਨਵਾਜ਼ ਸਤਿਗੁਰੂ ਨੂੰ ਨਮਸਕਾਰ ਕੀਤੀ। ਹੁਣ ਇੱਥੇ ਇੱਕ ਗੱਲ ਸਮਝਣ ਦੀ ਲੋੜ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਨਿਰੰਕਾਰ ਵੀ ਆਪੇ, ਗੁਰੂ ਨਾਨਕ ਵੀ ਆਪ ਹੀ ਹੈ। ਹੁਣ ਆਪ ਹੀ ਸਵਾਲ ਕਰਦਾ, ਆਪ ਹੀ ਉੱਤਰ ਦਿੰਦਾ। ਤੇ ਇਹ ਪਰਮੇਸ਼ਰ ਦੀ ਅਗੰਮੀ ਖੇਡ ਹੈ। ਅਨਕ ਰੂਪ ਖਿਨ ਮੈਂ ਕੁਦਰਤ ਧਾਰਦਾ। ਕਹਿਣ ਲੱਗੇ ਹੇ ਨਾਨਕ, ਤੇ ਤੁਹਾਨੂੰ ਤਾਂ ਭੇਜਿਆ ਸੀ ਜਗਤ ਦੀ ਕਲਿਆਣ ਵਾਸਤੇ, ਤੁਸੀਂ ਤਾਂ ਦੁਕਾਨਾਂ ਜਾਂ ਖੇਤੀਆਂ, ਇਹ ਤਾਂ ਕੰਮ ਸੰਸਾਰ ਕਰੇ ਰਿਹਾ, ਤੁਹਾਨੂੰ ਤਾਂ ਪ੍ਰਚਾਰ ਕਰਨ ਲਈ ਭੇਜਿਆ, ਤੁਸੀਂ ਆਰੰਭ ਕਿਉਂ ਨਹੀਂ ਕੀਤਾ ਉਹ ਕਾਰਜ ਹੁਣ ਦੇ? ਕਹਿੰਦੇ ਮਹਾਰਾਜ ਮੈਂ ਇਸ ਕਰਕੇ ਨਹੀਂ ਆਰੰਭ ਕੀਤਾ ਵੀ ਤੁਹਾਡੀ ਬਣਾਈ ਹੋਈ ਮਰਿਆਦਾ 'ਚ ਫਰਕ ਨਾ ਪੈ ਜਾਏ। ਕਹਿੰਦੇ ਕੀ? ਕਹਿੰਦੇ ਤੁਸੀਂ ਮਰਿਆਦਾ ਬਣਾਈ ਹੈ ਵੀ ਜਿਹੜਾ ਨਿਗੁਰਾ ਬੰਦਾ ਹੈ ਉਹ ਉਪਦੇਸ਼ ਨਹੀਂ ਦੇ ਸਕਦਾ। ਤੇ ਨਿਰੰਕਾਰ ਨੇ ਕਿਹਾ ਤੁਹਾਨੂੰ ਤਾਂ ਅਸੀਂ ਜਨਮ ਤੋਂ ਗੁਰੂ ਸਰੂਪ ਵਿੱਚ ਹੀ ਪ੍ਰਗਟ ਕੀਤਾ, ਤੁਸੀਂ ਤਾਂ ਜਨਮ ਤੋਂ ਗੁਰੂ ਹੈ। ਕਹਿੰਦੇ ਮਹਾਰਾਜ ਆਪ ਜੀ ਦਾ ਵਚਨ ਸੱਤ ਹੈ, ਪਰ ਸੰਸਾਰ ਦੇ ਵਿੱਚ ਇਹ ਗੱਲ ਗੁੱਝੀ ਰਹਿ ਜਾਊਗੀ, ਤੇ ਇਸ ਕਰਕੇ ਮਰਿਆਦਾ ਹੋਣੀ ਜ਼ਰੂਰੀ ਹੈ। ਤੇ ਕਹਿੰਦੇ ਫਿਰ ਮਾਤਲੋਕ ਦੇ ਵਿੱਚ ਤਾਂ ਕੀ ਪੂਰੇ ਸੰਸਾਰ ਜਿੱਥੇ ਤੱਕ ਮੇਰੀ ਸ੍ਰਿਸ਼ਟੀ ਸਾਜੀ ਹੋਈ ਹੈ, ਨਿਰੰਕਾਰ ਨੇ ਕਿਹਾ ਵੀ ਤਿੰਨਾਂ ਲੋਕਾਂ 14 ਭਵਨਾਂ ਦੇ ਵਿੱਚ ਕਰੋੜਾਂ ਬ੍ਰਹਮੰਡਾਂ 'ਚ ਥੋਤੋਂ ਵੱਡਾ ਕੋਈ ਨਹੀਂ। ਗੁਰੂ ਤਾਂ ਵੱਡੇ ਨੂੰ ਧਾਰਨ ਕੀਤਾ ਜਾਂਦਾ, ਅਸੀਂ ਤੁਹਾਨੂੰ ਸਭ ਤੋਂ ਵੱਡਾ, ਔਰ ਗੁਰਬਾਣੀ ਦੇ ਪ੍ਰਮਾਣੇ ਸਭ ਤੋਂ ਵੱਡਾ ਸਤਿਗੁਰੂ ਨਾਨਕ। ਸਭ ਸ਼ਬਦ ਹੈ। ਕਹਿੰਦੇ ਜਿੱਡੇ ਵੱਡੇ ਤੁਸੀਂ ਹੋ, ਉੱਡਾ ਵੱਡਾ ਤਾਂ ਗੁਰੂ ਤੁਹਾਡਾ ਫਿਰ ਹੋਰ ਨਹੀਂ ਕੋਈ ਹੋ ਸਕਦਾ, ਮੈਂ ਹੀ ਹੋ ਸਕਦਾ। ਨਿਰੰਕਾਰ ਕਹਿੰਦਾ ਇਸ ਕਰਕੇ ਗੁਰੂ ਦੀਕਸ਼ਾ ਮੈਂ ਤੁਹਾਨੂੰ ਦੇਣਾ, ਤੇ ਤੁਸੀਂ ਨਿਰਸੰਦੇਹ ਕਹੋ ਕਿ ਮੇਰਾ ਗੁਰੂ ਨਿਰੰਕਾਰ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਨਿਰੰਕਾਰ ਨੇ ਧੁਨ ਉਚਾਰ ਕੀਤੀ, ਜਿਹੜਾ ਨਿਰਾਕਾਰ ਹੈ। ਕਹਿਣ ਲੱਗੇ ਹੇ ਨਾਨਕ, ਲੈ ਮੈਂ ਤੈਨੂੰ ਹੁਣ ਦੀਕਸ਼ਾ ਦੇਣਾ ਤੇ ਇਹ ਸੁਣ ਸਮਝ। ਉਸ ਵੇਲੇ ਨਿਰੰਕਾਰ ਨੇ ਬੋਲਿਆ ਤੇ ਇੱਕ ਓੰਕਾਰ ਸਤਨਾਮ, ਜਿਹੜਾ ਹੁਣੇ ਪਾਠ ਸੁਣ ਕੇ ਹਟੇ ਤੁਸੀਂ,
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਨਾਲ ਇਹ ਕਹਿ ਕੇ ਵੀ ਜਾ ਤੈਨੂੰ ਗੁਰੂ ਦੀ ਪ੍ਰਸਾਦ ਕਿਰਪਾ ਵੀ ਦਿੱਤੀ ਨਾਲ, ਗੁਰੂ ਨਾਨਕ ਸਾਹਿਬ ਨੂੰ ਕਹਿ ਦਿੱਤਾ ਇਹ ਤੇਰੇ ਤੇ ਕਿਰਪਾ ਵੀ ਦਿੱਤੀ ਨਾਲ। ਹੁਣ ਇੱਥੇ ਤੱਕ ਮੂਲ ਮੰਤਰ ਦਾ ਜਿਹੜਾ ਇਹ ਸ਼ਬਦ ਹੈ, ਇੱਥੇ ਤੱਕ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਿਰੰਕਾਰ ਤੋਂ ਮਿਲਿਆ। ਇਹ ਗੁਰੂ ਨਾਨਕ ਸਾਹਿਬ ਦੀ ਰਚਨਾ ਨਹੀਂ ਹੈ, ਇਹ ਰਚਨਾ ਨਿਰੰਕਾਰ ਦੀ ਹੈ, ਸੱਚਖੰਡ ਦੀ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਅਗੰਮੀ ਤੇ ਉਸ ਦਰਬਾਰ ਦੇ ਅੰਦਰ ਗਰੀਬ ਨਵਾਜ਼ ਸਤਿਗੁਰੂ ਮਹਾਰਾਜ ਸਾਹਿਬ ਵੀ ਹੱਥ ਜੋੜੇ ਸਨ ਤੇ ਫਿਰ ਆਪਣੇ ਮਨ ਨੂੰ ਕਹਿੰਦੇ ਨੇ, ਉੱਥੇ ਖੜੇ ਕਹਿੰਦੇ ਜਪ, ਹੇ ਮਨਾ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਕਿਰਪਾ ਤਾਂ ਹੀ ਬਣੀ ਰਹੇਗੀ ਜੇ ਤੂੰ ਇਹਨੂੰ ਜਪਦਾ ਰਹੇਗਾ, ਕਿਉਂਕਿ ਇਹ ਜਪਣ ਯੋਗ ਹੈ। ਮੰਤਰ ਕਿਸ ਦਾ? ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਥੇ ਤੱਕ ਗੁਰੂ ਨਾਨਕ ਸਾਹਿਬ ਨੇ ਜਪ ਤੋਂ ਲੈ ਕੇ ਹੋਸੀ ਵੀ ਸੱਚ ਤੱਕ ਸੱਚਖੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਹੈ ਸ਼ਬਦ। ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ, ਅਕਾਲ ਪੁਰਖ ਨੇ ਖੁਸ਼ ਹੋ ਕੇ ਕਿਹਾ, ਕਹਿੰਦੇ ਹੇ ਨਾਨਕ ਵੀ ਤੁਸੀਂ ਜਿਹੜਾ ਇਹ ਸੱਚਖੰਡ ਦੇ ਵਿੱਚ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ ਤੇ ਮੇਰੇ ਸ਼ਬਦ ਸੁਣਨ ਤੋਂ ਬਾਅਦ ਮੇਰੀ ਕਿਰਪਾ ਨਾਲ ਤੁਹਾਨੂੰ ਜਿਹੜੀ ਬਾਣੀ ਸਫੁਰਨ ਹੋਈ ਹੈ, ਕਹਿੰਦੇ ਮੈਂ ਤੁਹਾਡੀ ਰਸਨਾ ਤੋਂ ਕਿਸੇ ਜਾਮੇ 'ਚ ਵੀ ਬਾਣੀ ਉਚਾਰਨ ਕਰੋਗੇ ਤੇ ਜਿਹੜੀ ਇਸ ਤੋਂ ਬਾਅਦ ਹੋਰ ਬਾਣੀ ਵੀ ਉਚਾਰਨ ਕਰੋਗੇ, ਤੁਹਾਡੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਪੜ੍ਹਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਪਾਪ ਮਿਟਣਗੇ। ਬਾਣੀ ਸੱਚਖੰਡ ਦੇ ਵਿੱਚ ਉਹ ਸਿੱਖ ਨੂੰ ਲੈ ਜਾਇਆ ਕਰੇਗੀ। ਪਰ ਵਿਸ਼ੇਸ਼ ਕਰਕੇ ਤੁਸੀਂ ਧਿਆਨ ਦੇ ਕੇ ਸੁਣੋ ਕਿ ਤੁਸਾਂ ਤਾਂ ਜਪਣਾ ਗੁਰਪ੍ਰਸਾਦ ਤੱਕ, ਕਿਉਂਕਿ ਤੁਸੀਂ ਮੇਰੇ ਸਿੱਖ ਹੋ। ਜਿਹੜੇ ਤੁਹਾਡੇ ਸਿੱਖ ਹੋਣਗੇ ਉਹ ਫਿਰ ਤੁਹਾਡਾ ਸੱਚਖੰਡ ਦੇ ਵਿੱਚ ਉਚਾਰਨ ਕੀਤਾ ਸੰਪੂਰਨ, ਮੇਰੇ ਵਾਲੇ ਨੂੰ ਵੀ ਤੇ ਤੁਹਾਡੇ ਉਚਾਰਨ ਕਰਨ ਵਾਲੇ, ਕਿਉਂਕਿ ਤੁਹਾਡੇ ਸਿੱਖ ਨੇ, ਉਹ ਸਾਰਾ ਸੰਪੂਰਨ ਮੂਲ ਮੰਤਰ ਇੱਥੇ ਤੱਕ ਜਪਣਗੇ। ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਪਾਪ ਮੇਟ ਕੇ ਜਿੱਥੇ ਤੁਸੀਂ ਸੱਚਖੰਡ 'ਚ ਖੜੇ ਹੋ, ਕਹਿੰਦੇ ਇਹ ਮੂਲ ਮੰਤਰ ਸੱਚਖੰਡ 'ਚ ਇੱਥੇ ਹੀ ਲਾਇਆ ਆਇਆ ਕਰੇਗਾ ਉਹਨਾਂ ਨੂੰ, ਜਿਹੜੇ ਇਹਦਾ ਜਾਪ ਕਰਨਗੇ। ਸੋ ਇਸ ਕਰਕੇ ਮੂਲ ਮੰਤਰ ਜਿਹੜਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸੱਚਖੰਡ ਦੇ ਵਿੱਚ ਇਹ ਉਚਾਰਨ ਕੀਤਾ ਤੇ ਇਹਦੇ ਵਿੱਚ 13 ਵਿਸ਼ੇਸ਼ਣ ਰੱਖੇ ਮਹਾਰਾਜ ਸਾਹਿਬ ਨੇ। 13 ਜਿਹੜੇ ਵਿਸ਼ੇਸ਼ਣ ਤੇ ਉਹਦੇ ਵਿੱਚ ਸਾਰੇ ਅਰਥਾਂ ਦੇ ਵਿੱਚ ਉਹ ਆ ਜਾਣੇ ਨੇ ਜਦੋਂ ਅੱਗੇ ਅਰਥਾਂ ਦੀ ਲੜੀ ਸ਼ੁਰੂ ਹੋਊਗੀ। ਫਿਰ ਗੁਰੂ ਗ੍ਰੰਥ ਸਾਹਿਬ ਦੇ 'ਚ ਇਹ ਨਿਯਮ ਰੱਖਿਆ ਵੀ ਗੁਰਪ੍ਰਸਾਦ ਤੱਕ ਜਿਹੜਾ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਸ਼ਬਦ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਉੱਥੇ ਤੱਕ ਜਾ, ਉਦੋਂ ਬਾਅਦ ਸਾਰੇ ਗੁਰੂ ਨਾਨਕ ਹੋਸੀ ਵੀ ਸੱਚ ਤੱਕ ਜਪਦੇ ਰਹੇ ਤੇ ਮਹਾਰਾਜ ਸਾਹਿਬ ਜੀ ਨੇ ਅੱਗੇ ਇਸੇ ਗੁਰਪ੍ਰਸਾਦ ਤੱਕ ਇਹਨੂੰ ਰੱਖਿਆ ਮਹਾ ਮੰਤਰ। ਇਹਦੇ ਵਿੱਚ 4 ਰੂਪ ਮੰਗਲਾਂ ਦੇ ਬਣਾ ਦਿੱਤੇ ਮਹਾਰਾਜ ਨੇ। ਇਸੇ ਦੇ 4 ਰੂਪ ਨੇ। ਇੱਕ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਗੁਰੂ ਗ੍ਰੰਥ ਸਾਹਿਬ ਦੇ ਜੀ 524 ਵਾਰ ਆਉਂਦਾ ਹੈ। ਦੂਸਰਾ ਰੂਪ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹ ਜਿਹੜਾ ਸਾਰਾ ਹੈ ਇਹ 32 ਵਾਰ ਆਉਂਦਾ ਹੈ। 33 ਵਾਰ ਵਿਦਵਾਨ ਤਾਂ ਕਹਿੰਦੇ ਨੇ, ਗ੍ਰੰਥਾਂ 'ਚ ਤਾਂ ਲਿਖਿਆ, ਉਹ ਮੂਲ ਮੰਤਰ ਵਾਲਾ ਨਾਲ ਜੋੜ ਕੇ 33 ਵਾਰ ਬਣ ਜਾਂਦਾ ਹੈ। ਮੂਲ ਮੰਤਰ ਤੋਂ ਅਲੱਗ ਕਰ ਦਈਏ ਤਾਂ 32 ਵਾਰ ਰਹਿ ਗਿਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ 9 ਵਾਰ ਆਉਂਦਾ ਹੈ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਇਹ ਕੁੱਲ 2 ਵਾਰੀ ਆਉਂਦਾ ਹੈ ਤੇ ਇਸ ਕਰਕੇ 568 ਵਾਰ ਮੰਗਲ ਮੰਗਲ ਨਾ। ਤੇ ਇਸੇ ਮਹਾਮੰਗਲ ਦੇ ਵਿੱਚੋਂ ਇੱਕ ਥਾਂ ਤੇ ਪੂਰਾ ਰੂਪ, ਜਾਣੀ 33 ਥਾਂ 32 ਥਾਂ ਤੇ 33 ਥਾਂ ਤੇ ਪੂਰਾ ਰੂਪ ਆ ਗਿਆ, ਇਹਦੇ ਵਿੱਚੋਂ ਬਾਕੀ ਮੰਗਲ। ਅਸਲ ਦੇ ਵਿੱਚ ਇਹ ਮੰਗਲ ਨੂੰ ਤੇ ਮਹਾਰਾਜ ਸਾਹਿਬ ਨੇ ਇਹਨੂੰ ਮੰਗਲਾਂ ਦੇ ਵਿੱਚ ਰੱਖਿਆ ਤੇ ਮੰਗਲ ਦੀ ਬੜੀ ਸ਼ਕਤੀ ਹੁੰਦੀ ਹੈ, ਵਿਘਨਾਂ ਦਾ ਨਾਸ਼ ਹੋਵੇ ਤੇ ਗੁਰੂ ਸਾਹਿਬਾਨ ਨੂੰ। ਇਹ ਤਾਂ ਅਸੀਂ ਇੱਥੇ ਤੱਕ ਮਹਾਰਾਜ ਸਾਹਿਬ ਜੀ ਦੇ ਮੰਗਲਾਂ ਦੇ ਇਹ 4 ਤਰ੍ਹਾਂ ਦੇ ਮੰਗਲਾਂ ਦਾ ਵਿਸਥਾਰ ਜਿਹੜਾ ਆਇਆ ਤੇ ਉਹ ਸਾਰਾ ਅੱਗੇ ਚੱਲ ਕੇ ਸਟੀਕ ਦੇ ਵਿੱਚ ਸਾਰਾ ਇਹ ਦਿੱਤਾ ਹੋਇਆ। ਉੱਥੋਂ ਜਿਹਨੇ ਪੜ੍ਹਨਾ ਹੋਵੇ ਉਹ ਪੂਰੇ ਵਿਸਤਾਰ ਦੇ ਨਾਲ ਵੀ ਪੜ੍ਹ ਸਕਦਾ ਹੈ। ਤੇ ਇਹਦੇ ਨਾਲ ਹੀ ਹੁਣ ਆਪਾਂ
ਬਸ ਇੰਨੇ ਕੁ ਅੱਜ ਦੀ ਵਿਚਾਰ ਕਰਕੇ ਆਪਣੀ ਗੱਲ ਸਮਾਪਤੀ ਤੇ ਲੈ ਜਾਈਏ। ਤੇ ਗੁਰੂ ਸਾਹਿਬ ਜੀ ਦੇ ਮੂਲ ਮੰਤਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਵੀ ਜਿਹੜਾ ਨਾਨਕ ਹੋਸੀ ਵੀ ਸੱਚ ਤੱਕ ਦੀ ਗੱਲ ਹੈ। ਇੱਕ ਤਾਂ ਇਹ ਹੋਗਾ ਨਾ ਪ੍ਰਮਾਣ ਜਿਹੜਾ ਵੀ ਸੱਚਖੰਡ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੰਪਰਦਾ ਚੱਲਿਆ ਆ ਰਿਹਾ, ਇੱਕ ਪ੍ਰਮਾਣ। ਦੂਸਰਾ ਗੁਰੂ ਨਾਨਕ ਸਾਹਿਬ ਆਪਣੀ ਜੀਵਨ ਯਾਤਰਾ ਕਰਦੇ ਹੋਏ ਤੇ ਜਦੋਂ ਮਹਾਰਾਜ ਸਾਹਿਬ ਦੇ, ਕਿਉਂਕਿ ਵਿਵਾਦ ਖਤਮ ਹੋ ਜਾਂਦਾ ਵੀ ਜਿਸ ਵੇਲੇ ਆਪ ਜੀ ਸਮੁੰਦਰ ਦੇ ਕਿਨਾਰੇ ਪਹੁੰਚੇ ਇੱਕ ਜਗ੍ਹਾ, ਇਹ ਜਨਮ ਸਾਖੀ ਜਿਹੜੀ ਇੱਥੇ ਆਪਣੀ ਲਾਇਬ੍ਰੇਰੀ 'ਚ ਪਈ ਹੈ ਉਹਦੇ 106 ਪੰਨੇ ਦੇ ਉੱਤੇ ਉਹਦੇ ਨਾਲ ਦੀਆਂ ਜਿਹੜੀਆਂ ਛਾਪੇ ਦੀਆਂ ਉਹਦੇ 106 ਪੰਨੇ ਤੇ ਆਊਗਾ। ਉਹਦੇ ਆਉਂਦਾ ਵੀ ਗੁਰੂ ਨਾਨਕ ਸਾਹਿਬ ਸਮੁੰਦਰ ਦੇ ਕਿਨਾਰੇ ਤੇ ਖੜੇ, ਸਮੁੰਦਰ ਵਿੱਚ ਨੂੰ ਜਾਣ ਦੀ ਤਿਆਰੀ ਹੋ ਰਹੀ ਹੈ ਤੇ ਭਾਈ ਮਰਦਾਨੇ ਨੇ ਦੇਖ ਲਿਆ ਵੀ ਇਹ ਤਾਂ ਪਾਣੀ 'ਚ ਵੜਨਗੇ ਸਿੱਧੇ ਤੌਰ ਤੇ। ਉਹ ਦੇਖ ਕੇ ਘਬਰਾ ਗਿਆ ਵੀ ਅੱਜ ਕੀ ਹੋ ਗਿਆ, ਗੁਰੂ ਬਾਬਾ ਜੀ ਨੂੰ ਪਾਣੀ ਦੇ ਵਿੱਚ ਸਿੱਧੇ ਹੋ ਗਏ। ਉਹ ਪੁੱਛ ਬੈਠਾ, ਉਸੇ ਬੋਲੀ 'ਚ ਲੈ ਗਿਆ, ਕਹਿੰਦੇ ਅੱਗੇ ਸਮੁੰਦਰ ਲਹਿਰਾਂ ਦਿੰਦਾ ਆਹਾ। ਕਹਿੰਦੇ ਗੁਰੂ ਸਾਹਿਬ ਜੀ ਸਮੁੰਦਰ ਤਾਂ ਬੜੀਆਂ ਬੜੀਆਂ ਛੱਲਾਂ ਲਹਿਰਾਂ ਦੇ ਰਿਹਾ, ਅੱਗੇ ਸਮੁੰਦਰ ਲਹਿਰਾਂ ਦਿੰਦਾ ਆਹਾ। ਮਰਦਾਨੇ ਆਖਿਆ, ਭਾਈ ਬਾਲਾ ਜੀ ਕਹਿੰਦੇ ਨੇ, ਮਰਦਾਨੇ ਆਖਿਆ ਗੁਰੂ ਜੀ ਅੱਗੇ ਤਾਂ ਸਮੁੰਦਰ ਲਹਿਰਾਂ ਦਿੰਦਾ ਹੈ, ਜਹਾਜ਼ ਕੋਈ ਨਹੀਂ, ਤੂੰ ਕਿੱਧਰ ਜਾਵੇਂਗਾ? ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਬੋਲਣਾ ਹੀ, ਚੁੱਪ ਕਰ ਜਾ, ਬੋਲਣਾ। ਤਾਂ ਹੁਣ ਭਾਈ ਬਾਲਾ ਜੀ ਕਹਿੰਦੇ ਜਦੋਂ ਗੁਰੂ ਨਾਨਕ ਨੇ ਕਿਹਾ ਉਹਨਾਂ ਨੂੰ ਵੀ ਚੁੱਪ ਕਰ ਜਾ, ਤਾਂ ਮੈਂ ਆਖਿਆ ਅਬੇ ਮਰਦਾਨਾ ਤੂੰ ਤਾਂ ਗੱਲ ਵਿੱਚ ਪੱਲਾ ਘੱਤ ਖਲੋਤਾ, ਆਹੋ ਬੱਤ ਤੈਨੂੰ ਕਿਆ ਹੋਆ? ਮਰਦਾਨੇ ਕਿਹਾ ਜਜਮਾਨ ਅੱਗੇ ਤਾਂ ਰਾਹ ਕੋਈ ਨਹੀਂ। ਤਾਂ ਮੈਂ ਕਿਹਾ ਮਰਦਾਨਾ ਦੇਖ ਤਮਾਸ਼ੇ ਕਰਤਾਰ ਦੇ, ਚੁੱਪ ਕਰਕੇ ਚਲਿਆ ਜਾ। ਤਾਂ ਗੁਰੂ ਨਾਨਕ ਕਿਹਾ ਮਰਦਾਨਾ ਜਿਸ ਸਿੱਖ ਦੇ ਮੂੰਹ ਵਿੱਚ ਇਹ ਸ਼ਲੋਕ ਹੋਵੇ। ਤੇ ਹੁਣ ਤੁਸੀਂ ਦੇਖੋ ਵੀ ਜਨਮ ਸਾਖੀ ਵਿੱਚ ਇਹਨੂੰ ਸ਼ਲੋਕ ਮੰਨਿਆ। ਕਿਹੜੇ ਸ਼ਬਦ ਨੂੰ ਮੰਨਿਆ ਸ਼ਲੋਕ? ਉਹ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਉਣਾ। ਤੇ ਜਿਹੜਾ ਜਪਜੀ ਸਾਹਿਬ ਦੇ ਪਿੱਛੇ ਹੈ ਉਹਦੇ ਮੂਹਰੇ ਹੀ ਸ਼ਲੋਕ ਲਿਖਿਆ। ਇੱਥੇ ਮੂਹਰੇ ਸ਼ਲੋਕ ਇਸ ਕਰਕੇ ਨਹੀਂ ਸੀ ਲਿਖ ਸਕਦੇ ਵੀ ਉਹ ਇਹਦੀ ਰਚਨਾ ਜਿਹੜੀ ਹੈ ਜਦੋਂ ਹੋਈ ਤਾਂ ਉਸ ਵੇਲੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਨਿਰੰਕਾਰ ਨੇ ਕੀਤੀ। ਜੇ ਮੂਹਰੇ ਸ਼ਲੋਕ ਸ਼ਬਦ ਲਿਖਦੇ ਸੀ ਤਾਂ ਨਿਰੰਕਾਰ ਦੀ ਮਰਿਆਦਾ ਦੇ ਵਿੱਚ ਫਿਰ ਫਰਕ ਪੈਂਦਾ ਸੀ। ਇਸ ਕਰਕੇ ਮਹਾਰਾਜ ਸਾਹਿਬ ਨੇ ਇਹਨੂੰ ਜਨਮ ਸਾਖੀ 'ਚ ਸੰਪੂਰਨ ਸ਼ਬਦ ਨੂੰ ਸ਼ਲੋਕ ਪ੍ਰਮਾਣਿਤ ਕਰ ਲਿਆ। ਤੇ ਕਹਿੰਦੇ ਜਿਹੜੇ ਸਿੱਖ ਦੇ ਮੂੰਹ ਵਿੱਚ ਇਹ ਸ਼ਬਦ ਹੋਇਆ ਉਹ ਕੀ ਹੈ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤੇ ਫਿਰ ਇਹ ਸ਼ਬਦ ਮਹਾਰਾਜ ਸਾਹਿਬ ਜੀ ਪੜ੍ਹ ਕੇ ਕਹਿੰਦੇ ਜਿਹੜੇ ਸਿੱਖ ਦੇ ਮੂੰਹ ਵਿੱਚ ਇਹ ਸ਼ਲੋਕ ਹੋਵੇਗਾ ਅਤੇ ਪੜ੍ਹਦਾ ਜਾਵੇਗਾ, ਜਿਤਨੀ ਸੁਣੇਗੀ ਤਿਤਨੀ ਪਾਰ ਲੰਘੇਗੀ। ਮਰਦਾਨਾ ਤੁਸੀਂ ਮੇਰੇ ਪਿੱਛੇ ਚਲੇ ਆਵੋ। ਤਾਂ ਅੱਗੇ ਗੁਰੂ ਜੀ, ਪਿੱਛੇ ਮੈਂ ਤੇ ਮਰਦਾਨਾ। ਇਹ ਭਾਈ ਬਾਲਾ ਜੀ ਕਹਿੰਦੇ ਨੇ, ਕਹਿੰਦੇ ਜਿਉਂ ਧਰਤੀ ਤੇ ਚੱਲ ਆਵਦੇ ਆਹੇ ਤਿਵੇਂ ਸਮੁੰਦਰ ਤੇ ਚਲੇ ਜਾਈਏ। ਤਾਂ ਮਰਦਾਨਾ ਗੁਰੂ ਜੀ ਨੂੰ ਆਖਣ ਲੱਗਾ ਜੀ ਤਉ ਤੇ ਖੁਦਾਏ ਵਿੱਚ ਭੇਦ ਕਛ ਨਾਹੀ, ਤੇਰੇ ਤੇ ਰੱਬ 'ਚ ਹੁਣ ਫੇਰ ਨਹੀਂ ਗਏ। ਗੁਰੂ ਨਾਨਕ ਕਿਹਾ ਚੁੱਪ ਮਰਦਾਨਾ, ਚੁੱਪ ਕਰ ਜਾ। ਮਾਰੇ ਕਹਿੰਦੇ ਵੀ ਇਹ ਸ਼ਬਦ ਮਹਾਰਾਜ ਵਡਿਆਈ ਦਾ ਸੁਣਦੇ ਨਹੀਂ ਸੀ। ਹਾਂ, ਮਰਦਾਨਾ ਹੱਸ ਕੇ ਕਹਿੰਦਾ, ਮਰਦਾਨੇ ਆਖਿਆ ਜੀ ਹੁਣ ਡਰ ਸਾਨੂੰ ਕਿਹਦਾ, ਇਹ ਮੈਂ ਤਾਂ ਸੱਚ ਹੀ ਕਹਿ ਰਿਹਾ। ਤੇ ਉਹ ਕਹਿੰਦੇ ਵੀ ਜਿਵੇਂ ਧਰਤੀ ਤੇ ਤੁਰੇ ਜਾਂਦੇ ਨਾ, ਕਹਿੰਦੇ ਇਸ ਤਰ੍ਹਾਂ ਪਾਣੀ ਦੇ ਉੱਤੇ ਤੁਰਦੇ ਗਏ। ਤੇ ਇਹ ਮੂਲ ਮੰਤਰ ਦਾ ਇਦੋਂ ਵੱਡਾ ਹੁਣ ਤੁਸੀਂ ਦੱਸੋ ਵੀ ਹੋਰ ਕੀ ਸਬੂਤ ਹੋ ਦਿੱਤਾ ਜਾਊਗਾ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਦੇ ਦੋ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ, ਬਾਬਾ ਲక్ష్ਮੀ ਦਾਸ ਜੀ, ਬਾਬਾ ਸ੍ਰੀ ਚੰਦ ਸਾਹਿਬ ਦੀ ਸੰਪਰਦਾ ਦੇ ਵਿੱਚ ਗੁਰਦੁਆਰਾ ਸਾਹਿਬ ਲਹਿਰ ਚੱਲਣ ਤੋਂ ਪਹਿਲਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਆਉਣ ਤੋਂ ਪਹਿਲਾਂ ਇਹਨਾਂ ਦੇ ਸਾਰੇ ਮਹਾਤਮਾ ਨਾਨਕ ਹੋਸੀ ਵੀ ਸਤਾ ਮੂਲ ਮੰਤਰ ਪੜ੍ਹਦੇ ਸੀ। ਹੁਣ ਤਾਂ ਸੋਹੰਗ ਦਾ ਜਾਪ ਹੋ ਗਿਆ, ਇੱਥੇ ਬਹੁਤ ਫਰਕ ਪੈ ਗਿਆ। ਉਦਾਸੀਨ ਸੰਪਰਦਾ ਦੇ ਵਿੱਚ ਪੂਜਾ ਪੁਸ਼ਤਾ ਦਾ ਜੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਸੀ ਮੰਨਦੇ ਹੁੰਦੇ। ਹੁਣ ਦੀ ਨਹੀਂ ਗੱਲ, ਪੁਰਾਣੇ ਸਮੇਂ। ਤੇ ਬਾਬਾ ਲక్ష్ਮੀ ਦਾਸ ਜੀ ਤੋਂ ਗੁਰੂਕੁਲ ਚੱਲੀ, ਲੈ ਕੇ ਉਹਨਾਂ ਦੀ 17ਵੀਂ ਪੀੜ੍ਹੀ ਬਾਬਾ ਸਰਬਜੋਤ ਸਿੰਘ ਜੀ ਤੱਕ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਹੁਣ ਤੱਕ ਪੜ੍ਹਦੇ ਆ ਰਹੇ ਹੈ। ਇਹੀ ਅੱਗੇ ਦੱਸਦੇ ਹੈ। ਤੇ ਇਸ ਕਰਕੇ ਇਹ ਵੱਡੇ ਸਬੂਤ। ਤੇ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ, ਉਹਨਾਂ ਦੀ ਬੰਸ ਹੁਣ ਤੱਕ ਅੱਜ ਵੀ ਜਾ ਕੇ ਉਹਨਾਂ ਨੂੰ ਪੁੱਛੋ, ਉਹ ਕਹਿਣਗੇ ਬਾਬਾ ਬੁੱਢਾ ਸਾਹਿਬ ਤੋਂ ਲਾ ਕੇ ਨਾਨਕ ਹੋਸੀ ਵੀ ਸੱਚ ਤੱਕ ਜਪਦੇ ਚੁਕਾਉਂਦੇ ਆ ਰਹੇ ਹਨ।
ਤੇ 6ਵੇਂ ਪਾਤਸ਼ਾਹ ਦੇ ਅਨੰਦ ਸਿੰਘ ਭਾਈ ਬਿਧੀ ਚੰਦ ਜੀ ਹੋਏ। ਤੇ ਉਹ ਬਿਧੀ ਚੰਦ ਦੇ ਨਾਂ ਤੇ ਦਲ ਪੰਥ ਬਾਬਾ ਬਿਧੀ ਚੰਦ ਦੇ ਨਾਂ ਤੇ ਸੰਪਰਦਾ ਚੱਲੀ, ਨਿਹੰਗ ਸਿੰਘ ਸੰਪਰਦਾ। ਤੇ ਉਹ ਸਾਰੀ ਸੰਪਰਦਾ ਦੇ ਜਿੰਨੇ ਗੁਰਮੁਖ ਗਿਆਨੀ ਸਿੰਘ, ਜਿੰਨੇ ਜਥੇਦਾਰ ਇਹ ਪੜ੍ਹਨ ਪੜ੍ਹਾਉਂਦੇ, ਉਹਨਾਂ ਨੇ ਵੀ ਇੱਥੇ ਤੱਕ ਮਿਲਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਰੋ ਸਾਹਿਬ ਪੰਜਾਂ ਪਿਆਰਿਆਂ ਦੇ ਵਿੱਚ ਸਭ ਤੋਂ ਪਹਿਲਾਂ ਸੀਸ ਦੇਣ ਵਾਲੇ ਭਾਈ ਦਇਆ ਸਿੰਘ, ਉਹਨਾਂ ਤੋਂ ਅੱਗੇ ਹੋਤੀ ਮਰਦਾਨ ਸੰਪਰਦਾ ਚੱਲੀ, ਰਾੜਾ ਸਾਹਿਬ ਸੰਪਰਦਾ, ਤੇ ਇਹ ਸਾਰੀਆਂ ਸੰਪਰਦਾ ਵਿੱਚ ਨਾਨਕ ਹੋਸੀ ਵੀ ਸੱਚ ਤੱਕ ਮੰਨਿਆ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿਕਟ ਵਰਤੀਆਂ ਦੇ ਚੋਂ ਵਿਦਿਆ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਸਾਹਿਬ, ਬਾਬਾ ਦੀਪ ਸਿੰਘ ਸਾਹਿਬ, ਇਹ ਦੋਨਾਂ ਤੋਂ ਜੋੜੀਆਂ ਟਕਸਾਲਾਂ ਚੱਲੀਆਂ। ਹੁਣ ਤੱਕ ਬਾਬਾ ਦੀਪ ਸਿੰਘ ਤੋਂ ਲੈ ਕੇ ਭਾਈ ਮਨੀ ਸਿੰਘ ਸਾਹਿਬ ਤੋਂ ਲੈ ਕੇ ਇਹ ਸੰਪਰਦਾਵਾਂ ਦੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਪੜ੍ਹਿਆ ਪੜਾਇਆ ਜਾਂਦਾ। ਤੇ ਇਸ ਤੋਂ ਬਾਅਦ ਪੰਥ ਖਾਲਸੇ ਦੀ ਪੁਰਾਤਨ ਜਥੇਬੰਦੀ ਨਿਹੰਗ ਸਿੰਘ ਸੰਪਰਦਾ। ਨਿਹੰਗ ਸਿੰਘ ਸੰਪਰਦਾਵਾਂ ਦੇ ਵਿੱਚ ਅੱਜ ਤੱਕ ਸਾਰਿਆਂ ਦਲ ਪੰਥਾਂ ਦੇ ਵਿੱਚ ਨਾਨਕ ਹੋਸੀ ਵੀ ਸੱਚ, ਨਾਨਕਸਰ ਸੰਪਰਦਾ, ਨਾਨਕ ਹੋਸੀ ਵੀ ਸੱਚ ਮੰਨਦੇ ਹੈ। ਬਾਬਾ ਅਤਰ ਸਿੰਘ ਜੀ ਮਸਤੂਆਣੇ ਸੰਪਰਦਾ, ਉਹਨਾਂ ਨੇ ਵੀ ਨਾਨਕ ਹੋਸੀ ਵੀ ਸੱਚ ਤੱਕ ਮੰਨਿਆ। ਸੇਵਾ ਪੰਥੀ ਸੰਪਰਦਾ, ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਮੰਨਿਆ। ਤੇ ਬਾਬਾ ਗੁਰਮੁਖ ਸਿੰਘ ਤੁਕਾਰ ਸੇਵਾ ਦੀ ਸੰਪਰਦਾ ਚੱਲੀ, ਨਾਨਕ ਹੋਸੀ ਵੀ ਸੱਚ ਤੱਕ ਮੰਨਿਆ। ਤੇ ਜਿਉਂਦਾ ਜਾਗਦਾ ਸਬੂਤ ਜਿਹੜਾ ਹੈ, ਤੇ ਜਗ ਦਾ ਜਿਹੜਾ ਸੰਸਾਰ ਦਾ ਸਿੱਖਾਂ ਦਾ ਕੇਂਦਰੀ ਸਥਾਨ ਹਰਿਮੰਦਰ ਸਾਹਿਬ ਹੈ, ਉਹਦੀ ਕੰਧ ਦੇ ਉੱਤੇ ਸਾਹਮਣੇ ਤੇ ਗੁਰੂ ਕਾਲ ਤੋਂ ਭਾਈ ਰਣਜੀਤ ਸਿੰਘ ਨੇ, ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਸੋਨੇ ਦੇ ਪੱਤਰੇ ਚਾੜੇ ਆ, ਪਰ ਇਹ ਉਸ ਵੇਲੇ ਤੋਂ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਲਿਖਿਆ ਹੋਇਆ ਮੂਲ ਮੰਤਰ। ਤੇ ਨਹੀਂ ਉਹ ਮਹਾਰਾਜੇ ਦੀ ਕੀ ਮਜਾਲ ਸੀ ਵੀ ਆਪਣੇ ਕੋਲੋਂ ਕੋਈ ਘਾਟ ਸੋਨਾ ਚਾੜਿਆ ਉਹਨੇ। ਇਹ ਨਹੀਂ ਵੀ ਗੁੰਮਜ਼ ਕੋਲੋਂ ਬਣਾਤਾ, ਗੁੰਮਜ਼ੀਆਂ ਕੋਲੋਂ ਬਣਾਤੀਆਂ, ਜੋ ਕੁਝ ਬਣਿਆ ਉਹ ਪਹਿਲਾਂ ਹੀ ਬਣਿਆ ਸੀ। ਫਿਰ ਹਰਿਮੰਦਰ ਸਾਹਿਬ ਦੇ ਅੰਦਰ 4 ਥਾਂ ਤੇ ਅੰਦਰ ਲਿਖਿਆ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ। ਤੇ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸੰਜੋਗ ਲੋਹੇ ਦਾ ਕੁੜਤਾ, ਜਿਹੜਾ ਅੱਜ ਵੀ ਮਹਾਰਾਜਾ ਪਟਿਆਲੇ ਦੇ ਖਾਨਦਾਨ ਦੇ ਵਿੱਚ ਉਹ ਸੰਜੋਗ ਦੇ ਉੱਤੇ ਇੱਥੇ ਸਾਹਮਣੇ ਮਹਾਰਾਜ ਸਾਹਿਬ ਜੀ ਨੇ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਲਿਖਵਾਇਆ ਹੋਇਆ। ਤੋ ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਨਾਨਕ ਹੋਸੀ ਵੀ ਸੱਚ ਤੱਕ ਮੰਨਿਆ ਮੂਲ ਮੰਤਰ। ਇਹ ਮੈਂ ਤਾਂ ਕਹਿ ਰਿਹਾ ਵੀ ਇਹ ਗੱਲਾਂ ਵਿਵਾਦ ਖਤਮ ਕਰਨ ਵਾਸਤੇ ਕਿਤੇ ਨਾ ਕਿਤੇ ਸਹਾਇਤਾ ਦੇ ਰੂਪ ਦੇ ਵਿੱਚ ਪੰਥ ਖਾਲਸਾ ਵਿਦਵਾਨ ਵਰਤ ਲੈਣ। ਹੁਣ ਭਾਈ ਗੁਰਦਾਸ ਸਾਹਿਬ ਤੋਂ ਵੱਡਾ ਕੌਣ ਸਿੱਖ ਹੋਏਗਾ ਜਿਨ੍ਹਾਂ ਨੇ 4 ਗੁਰੂਆਂ ਦੀ ਸੰਗਤ ਕੀਤੀ? ਉਹਨਾਂ ਦੀਆਂ ਸਾਰੀਆਂ 12 ਨੂੰ ਚੰਗੀ ਤਰ੍ਹਾਂ ਪੜ੍ਹਿਆ ਵਿਚਾਰਿਆ। ਹੋਰ ਵੀ ਕੋਈ ਜਿਹਨੂੰ ਸ਼ੰਕਾ ਪੜ੍ਹ ਕੇ ਦੇਖ ਲਵੇ। ਉਹਨਾਂ ਨੇ ਨਾਨਕ ਹੋਸੀ ਵੀ ਸੱਚ ਤੱਕ ਸੰਪੂਰਨ ਮੂਲ ਮੰਤਰ ਲਿਖੇ। ਏਕ ਓੰਕਾਰ ਇਕਾਂਗ ਲਿਖ ਊੜਾ ਓੰਕਾਰ ਲਿਖਾਇਆ, ਸਤਨਾਮ ਕਰਤਾ ਪੁਰਖ ਨਿਰਭਉ ਹੋਏ ਨਿਰਵੈਰ ਸਦਾਇਆ, ਅਕਾਲ ਮੂਰਤ ਪ੍ਰਤੱਖ ਹੋਏ ਨੌ ਅਜੋਨੀ ਸਹਿਪੰਗ ਪਾਇਆ, ਗੁਰ ਪ੍ਰਸਾਦ ਸੋ ਆਦ ਸੱਚ ਜੁਗਾ ਜਗਾੰਤਰ ਹੁੰਦਾ ਆਇਆ, ਹੈ ਪੀ ਹੋਸੀ ਸੱਚ ਨੌ ਸੱਚ ਦਰਸ਼ਨ ਸਤਿਗੁਰੂ ਦਿਖਾਇਆ, ਸ਼ਬਦ ਸੁਰਤ ਲਿਵਲੀਨ ਹੋਏ ਗੁਰ ਚੇਲਾ ਪਰਚਾ ਪਰਚਾਇਆ, ਗੁਰ ਚੇਲਾ ਰਹਿ ਰਾਸ ਕਰ 20 ਅਕੀ ਚੜਾਓ ਚੜਾਇਆ, ਗੁਰਮੁਖ ਸੁਖ ਫਲ ਅਲਖ ਲਖਾਇਆ। ਇਹ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਨਾਨਕ ਹੋਸੀ ਵੀ ਸੱਚ ਤੱਕ ਕੋਈ ਸ਼ਬਦ ਛੱਡੇ ਆਪਣੀ ਰਚਨਾ ਵਿੱਚ, ਉਹਨਾਂ ਨੇ ਗੁਰ ਪ੍ਰਸਾਦ ਤੱਕ ਮੁਕੰਮਲ ਸ਼ਬਦ ਕਿਤੇ ਵੀ ਨਹੀਂ ਲਿਖਿਆ ਮਿਲਦਾ। ਤੇ ਇਹ ਫਿਰ ਭਾਈ ਸਾਹਿਬ ਜੀ ਦੀ 39ਵੀਂ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਸੰਪੂਰਨ ਮਿਲਦਾ। ਤੇ ਨਾਲ ਫਿਰ ਜਪਣ ਦੀ ਵਿਧੀ ਵੀ ਨਾਲ ਭਾਈ ਸਾਹਿਬ ਜੀ ਨੇ ਲਿਖੀ ਹੈ ਕਿ ਇਹ ਨਹੀਂ ਵੀ ਇੱਥੇ ਸ਼ਬਦ ਸੁਰਤ ਵਿਲੀਨ ਹੋਏ, ਇਹ ਸਾਰੇ ਸ਼ਬਦ ਨੂੰ ਸੁਰਤੀ ਦੇ ਵਿੱਚ ਲੀਨ ਕਰਕੇ ਫਿਰ ਤੁਸੀਂ ਜਾਣੀ ਸ਼ਬਦ ਨੂੰ ਸੁਰਤੀ 'ਚ ਲੀਨ ਕਰ ਰਿਹਾ, ਸੁਰਤੀ ਨੂੰ ਸ਼ਬਦ ਵਿੱਚ ਲੀਨ ਕਰਨਾ। ਤੇ ਗੁਰ ਚੇਲਾ ਪਰਚਾ ਪਰਚਾਇਆ, ਸ਼ਬਦ ਗੁਰ ਸੁਰਤ ਤੁਮ ਚੇਲਾ, ਇਹ ਗੁਰੂ ਸ਼ਬਦ ਹੈ, ਚੇਲਾ ਸੁਰਤ ਹੈ। ਇਹ ਪਰਚਾ ਪ੍ਰੇਮ ਦਾ ਦਿੱਤਾ ਹੈ। ਸੋ ਇਦੋਂ ਵੱਡਾ ਫਿਰ ਹੋਰ ਕੋਈ ਮਤਲਬ ਸਬੂਤ ਕਿੰਨੇ ਕੁ ਦਿੱਤੇ ਜਾਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੂਲ ਮੰਤਰ ਜਿਹੜਾ ਸੱਚਖੰਡ ਦੇ ਵਿੱਚ ਜਿਹੜੀ ਪਿੱਛੇ ਵਾਰਤਾ ਛੱਡੀ ਸੀ, ਹੁਣ ਆਪਾਂ ਇਹਦੇ ਨਾਲ ਹੀ ਸਮਾਪਤੀ ਕਰਦੇ ਹਾਂ। ਜਦੋਂ ਇਹ ਸੱਚਖੰਡ ਤੋਂ ਮੂਲ ਮੰਤਰ ਲੈ ਕੇ ਮਹਾਰਾਜ ਸਾਹਿਬ ਸੰਪੂਰਨ ਨਾਨਕ ਹੋਸੀ ਵੀ ਸੱਚ ਤੱਕ ਉੱਥੇ ਰਚਨਾ ਹੋ ਗਈ, ਸ਼ਬਦ ਮੁਕੰਮਲ ਹੋ ਗਿਆ। ਤੇ ਮਹਾਰਾਜ ਸਾਹਿਬ ਜੀ ਤੀਸਰੇ ਦਿਨ ਬੇਈ ਨਦੀ ਚੋਂ ਪ੍ਰਗਟ ਹੁੰਦੇ ਨੇ, ਜਿੱਥੇ ਸੰਤ ਘਾਟ ਗੁਰਦੁਆਰਾ ਹੈ ਸੁਲਤਾਨਪੁਰ। ਇਹ 3 ਦਿਨ ਦੇ ਵਿੱਚ ਕਿੰਨਾ ਉੱਥੇ ਸ਼ੋਰ ਮਚਿਆ, ਇਲਾਕਾ ਇਕੱਠਾ ਹੋਇਆ। ਸੁਲਤਾਨਪੁਰ ਪਿੰਡ ਦੀ ਗੱਲ ਛੱਡੋ, ਇਲਾਕਾ ਟੁੱਟ ਕੇ ਪੈ ਗਿਆ। ਤੇ ਨਵਾਬ ਦੌਲਤ ਖਾਨ ਨੇ ਜਾਲ ਪਵਾਏ ਵੀ ਲਾਸ਼ ਹੀ ਮਿਲ ਜਾਏ। ਉਹਨਾਂ ਦੀ ਬੋਲੀ 'ਚ ਤਾਂ ਇਹ ਸੀ ਵੀ ਮ੍ਰਿਤਕ ਸਰੀਰ ਹੀ ਮਿਲ ਜਾਏ, ਅਸੀਂ ਵਿਧੀ ਮੇਰਾ ਮੋਦੀ ਸੀ। ਤੇ ਜਦੋਂ ਲੋਕਾਂ 'ਚ ਰੌਲਾ ਪਿਆ
ਤਾਂ ਉਸ ਵੇਲੇ ਭਾਈਆ ਜੈ ਰਾਮ ਇਹ ਰੋਂਦਾ ਰੋਂਦਾ ਆਪਣੇ ਘਰ ਪਹੁੰਚਿਆ। ਭੈਣ ਨਾਨਕੀ ਨੇ ਆਪਣੇ ਪਤੀ ਨੂੰ ਕਦੇ ਰੋਂਦਾ ਨਹੀਂ ਸੀ ਦੇਖਿਆ। ਉਹ ਪੁੱਛਦੇ ਨੇ, ਧੀਰਜਵਾਨ ਬਹੁਤ ਸੀ। ਭੈਣ ਨਾਨਕੀ ਕਹਿਣ ਲੱਗੀ, ਜੀ ਕੀ ਗੱਲ ਹੈ ਤੇ ਰੋਂਦੇ ਕਿਉਂ ਤੁਸੀਂ? ਕੋਈ ਵੀ ਮੁਸੀਬਤ ਹੋਵੇ ਰੋਈਦਾ ਥੋੜ੍ਹੀ ਆ। ਫੇਰ ਵੀ ਗੁਰੂ ਨਾਨਕ ਦੀ ਭੈਣ ਸੀ। ਕਹਿੰਦੇ, ਨਾਨਕੀ ਬਸ ਮੈਂ ਕੁਝ ਕਹਿ ਨਹੀਂ ਸਕਦਾ, ਮੈਂ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਤੇਰੇ ਪੇਕਿਆਂ ਨੂੰ ਕੀ ਮੂੰਹ ਦਿਖਾਊਂਗਾ ਮੈਂ ਆਪਣੇ ਸੱਸ ਸਹੁਰੇ ਨੂੰ? ਕਹਿੰਦੀ, ਹੋਇਆ ਕੀ ਹੈ? ਤੇ ਰੋਂਦਾ ਰੋਂਦਾ ਕਹਿੰਦਾ, ਤੇਰਾ ਵੀਰ ਬੇਈ ਨਦੀ 'ਚ ਡੁੱਬ ਗਿਆ। ਭੈਣ ਨਾਨਕੀ ਕਹਿੰਦੀ, ਸ਼ਬਦ ਵਾਪਸ ਲੈ ਲਓ। ਜਿਹੜਾ ਦੁਨੀਆ ਨੂੰ ਤਾਰਨ ਆਇਆ ਨਾ ਉਹ ਆਪ ਨਹੀਂ ਡੁੱਬ ਸਕਦਾ, ਇਸ ਕਰਕੇ ਧੀਰਜ ਰੱਖ। ਭੈਣ ਨਾਨਕੀ ਨੇ ਚੌਂਕੜਾ ਮਾਰ ਲਿਆ ਤੇ ਭੈਣ ਨਾਨਕੀ ਦਾ ਸਿਦਕ ਨਹੀਂ ਡੋਲਿਆ। 3 ਦਿਨ ਚੌਂਕੜੇ ਦੇ 'ਚ ਰਹੀ ਭੈਣ ਨਾਨਕੀ। ਉਹ ਨਹੀਂ ਉੱਠੀ ਵੀ ਜਦੋਂ ਜੀਰ ਪ੍ਰਗਟ ਹੋਊਗਾ ਮੈਂ ਉਦੋਂ ਹੀ। ਤੇ ਭਾਈ ਭਗੀਰਥ ਮਹਾਰਾਜ ਨੇ ਕਿਹਾ ਸੀ, ਸਿੱਖਾ ਖੜ, ਮੈਂ ਇਸ਼ਨਾਨ ਕਰਕੇ ਵਾਪਸ ਆਉਣਾ। ਉਹ ਸਿੱਖ ਨੂੰ ਬਥੇਰੇ ਲੋਕਾਂ ਨੇ ਕਿਹਾ, ਕਹਿੰਦੇ ਭਾਈ ਹੁਣ ਤੂੰ ਤਾਂ ਬਹਿ ਜਾ, ਕੋਈ ਖਾਧਾ ਨਹੀਂ ਪੀਤਾ ਨਹੀਂ, ਉਹਦੀ ਤਾਂ ਜਿਹਦੇ ਕੱਪੜੇ ਲਈ ਖੜਾ ਉਹਦੀ ਤਾਂ ਲਾਸ਼ ਵੀ ਨਹੀਂ ਮਿਲੀ। ਉਹ ਕਹਿੰਦਾ ਵੀ ਮੈਂ ਨਹੀਂ ਸੁਣਨਾ ਚਾਹੁੰਦਾ, ਮੈਨੂੰ ਖੜਨ ਦਾ ਹੁਕਮ ਹੈ, ਸਾਰੀ ਜ਼ਿੰਦਗੀ ਇੱਥੇ ਰਹੂੰਗਾ ਕੱਪੜੇ ਲੈ ਕੇ, ਕਿਉਂਕਿ ਮੇਰਾ ਮਾਲਕ ਆਊਗਾ। ਇਹ ਸਿਦਕ ਹੈ। ਤਾਂ ਉਸ ਵੇਲੇ ਤੀਸਰੇ ਦਿਨ ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟ ਹੋਏ ਤਾਂ ਸਾਹਮਣੇ ਉੱਥੋਂ ਦਿਖ ਰਿਹਾ ਸੀ ਤੇ ਜਿੱਥੇ ਭਾਈ ਸਾਹਿਬ ਜੀ ਖੜੇ ਸੀ ਤੇ ਆਪਣੀ ਸਾਧ ਸੰਗੀ ਉੱਥੇ ਕਦੇ ਇੱਧਰ ਨੂੰ ਚਾਰ ਕਰਮਾਂ ਕਦੇ ਇੱਧਰ ਨੂੰ। ਤੇ ਜਦ ਦੇਖਿਆ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਉੱਥੇ ਕੱਪੜੇ ਲੈ ਕੇ ਫਿਰ ਬਾਹੋਦਾਹੀ ਦੌੜ ਕੇ ਗਏ। ਸੱਚਖੰਡ ਤੋਂ ਆਉਂਦਿਆਂ ਪਹਿਲੀ ਦ੍ਰਿਸ਼ਟੀ ਸਿੱਖ ਤੇ ਪਈ। ਕਹਿੰਦੇ, ਸਿੱਖਾ ਨਿਹਾਲ, ਤੂੰ ਇੰਨਾ ਸੁਦਕ ਕਮਾਇਆ, ਤੈਨੂੰ ਲੋਕਾਂ ਨੇ ਡਲਾਇਆ ਹੋਊਗਾ। ਕਹਿੰਦੇ, ਮਹਾਰਾਜ ਤੁਸੀਂ ਕਿਹਾ ਸੀ ਖੜੇ ਹੋ, ਮੈਂ ਤਾਂ ਸਾਰੀ ਜ਼ਿੰਦਗੀ ਖੜਾ ਰਹਿੰਦਾ। ਕਹਿੰਦੇ, ਲਿਆ ਬਸਤਰ। ਬਸਤਰ ਪਹਿਨੇ ਤੇ ਉਸ ਵੇਲੇ ਰੌਲਾ ਪੈ ਗਿਆ ਸਾਰਾ ਸੁਲਤਾਨਪੁਰ ਤੇ ਨਵਾਬ ਦੌਲਤ ਖਾਂ, ਕਾਜੀ, ਮੁਲਾਣੇ, ਇਲਾਕਾ ਦਰਸ਼ਨ ਕਰਨ ਟੁੱਟ ਗਿਆ। ਤੇ ਉਹੀ ਖੁਸ਼ੀ ਦੇ ਵਿੱਚ ਜਾ ਕੇ ਫਿਰ ਭੈਣ ਨਾਨਕੀ ਨੂੰ ਖਬਰ ਇਹ ਜਦੋਂ ਪਹੁੰਚੀ, ਭਾਈਆ ਜੈ ਰਾਮ ਭੈਣ ਨਾਨਕੀ ਜੀ ਆਏ। ਗੁਰੂ ਨਾਨਕ ਸਾਹਿਬ ਨੇ ਭੈਣ ਦਾ ਸਤਿਕਾਰ ਕੀਤਾ। ਕਹਿੰਦੇ, ਭੈਣ ਜੀ ਤੇ ਤੁਸੀਂ ਵੀ ਸਦਕ ਰੱਖਿਆ, ਤੁਹਾਡੀ ਸੇਵਾ ਦਰਗਾਹੇ ਪ੍ਰਮਾਨ। ਹੁਣ ਜਿਹੜੇ ਅਕਾਲ ਪੁਰਖ ਤੋਂ ਮੈਂ ਨਾਮ ਲੈ ਕੇ ਆਇਆ ਨਾ, ਮੈਂ ਸੰਸਾਰ ਨੂੰ ਵੰਡਣਾ ਸ਼ੁਰੂ ਕਰਨਾ, ਤੁਸੀਂ ਕੜਾਹ ਪ੍ਰਸ਼ਾਦ ਬਣਾ ਕੇ ਲਿਆ। ਭੈਣ ਨਾਨਕੀ ਕੜਾਹ ਪ੍ਰਸ਼ਾਦ ਬਣਾ ਕੇ ਲਿਆਈ। ਅਕਾਲ ਪੁਰਖ ਦੇ ਨਿਮਿਤ ਮਹਾਰਾਜ ਬਹਿ ਕੇ ਚੌਂਕੜਾ ਮਾਰ ਕੇ, ਉਹ ਭੈਣ ਨਾਨਕੀ ਸਾਰੇ ਬੈਠੇ ਆ। ਉਸ ਵੇਲੇ ਸਾਰਿਆਂ ਸਿੱਖਾਂ ਨੂੰ ਮਹਾਰਾਜ ਨੇ ਤੇ ਚਰਨਾਮਤ ਦੇ ਕੇ ਆਪਣੇ ਸਿੱਖ ਬਣਾ ਕੇ ਫਿਰ ਜਪਣ ਵਾਸਤੇ ਮਹਾਰਾਜ ਨੇ ਮੂਲ ਮੰਤਰ ਇੱਕ ਓੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਦਿੱਤਾ। ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਤੇ ਮਹਾਰਾਜ ਸਾਹਿਬ ਨੇ ਇਹ ਮੂਲ ਮੰਤਰ ਜਿਹੜਾ ਸੂਰੇ ਸੰਸਾਰ ਨੂੰ ਤਾਰਨ ਵਾਸਤੇ ਜਦੋਂ 4 ਉਦਾਸੀਆਂ ਧਾਰਨ ਕੀਤੀਆਂ, ਜਦੋਂ ਮਹਾਰਾਜ ਸਾਹਿਬ ਜੀ ਅਗਲੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂਆਂ ਦੀ ਪੀੜ੍ਹੀ ਚੱਲ ਪਈ। ਭਾਵੇਂ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਵੀ ਕਿਸ ਗੁਰੂ ਨੇ, ਪਰ ਇਹ ਤੇ ਗੁਰੂ ਸਾਹਿਬ ਦੇ 10 ਪਾਤਸ਼ਾਹੀਆਂ ਤੱਕ ਉਸ ਪੀਰੀਅਡ ਦੇ ਵਿੱਚ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਵੀ ਕਿਸ ਗੁਰੂ ਨੇ ਇਮਾਰਤ ਬਣਾਈ ਗੁਰੂ ਨਾਨਕ ਦੀ ਯਾਦਗਾਰ ਦੇ ਅੰਦਰ। ਉੱਥੇ ਸਾਧ ਸੰਗਤ ਜੀ ਇਮਾਰਤ ਬਣਾਈ ਤੇ ਮੂਲ ਮੰਤਰ ਦੀ ਯਾਦ ਦੇ ਅੰਦਰ, ਗੁਰੂ ਨਾਨਕ ਦੀ ਯਾਦ ਦੇ ਅੰਦਰ ਗੁਰਦੁਆਰੇ ਦਾ ਨਾਮ ਰੱਖਿਆ ਸੰਤ ਘਾਟ। ਉਹਦੀ ਕੰਧ ਦੇ ਉੱਤੇ ਗੁਰੂ ਸਾਹਿਬ ਨੇ ਲਿਖਵਾਇਆ ਇੱਕ ਓੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ। ਅੱਜ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਸਾਰੇ ਗੁਰਦੁਆਰਿਆਂ ਦਾ। ਅੱਜ ਵੀ ਜਾ ਕੇ ਕੰਧ ਦੇ ਉੱਤੇ ਦੇਖੋ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਲਿਖਿਆ ਹੋਇਆ ਹੈ। ਇਸ ਕਰਕੇ ਮੂਲ ਮੰਤਰ ਦੀ ਇੱਥੇ ਇਹ ਵਿਚਾਰ ਜਿਹੜੀ ਹੈ ਸਮਾਪਤ ਹੁੰਦੀ ਹੈ।